ਤਉ ਪ੍ਰਸਾਦ ਕਬਿਤ। ਸੋ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਧੰਨ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ, ਗੁਰੂ ਗਰੀਬ ਨਿਵਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ। ਜਿੱਥੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਸ ਪਹਿਲੇ ਛੰਦ ਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੂੰ ਨਮਸਕਾਰ ਕੀਤੀ ਔਰ ਸ਼ਬਦ ਵਰਤੇ, ਪ੍ਰਣਵੋ ਆਦ ਏਕੰਕਾਰਾ ਜਲ ਥਲ ਮਹੀਲ ਕੀਓ ਪਸਾਰਾ। ਲੋਕ ਚਤੁਰਦਸ ਜੋਤ ਪ੍ਰਕਾਸ਼ੀ, ਕਿ ਜਲ ਦੇ ਵਿੱਚ ਥਲ ਦੇ ਵਿੱਚ ਉਹਨੇ ਆਪਣੇ ਪਸਾਰਾ ਭਾਵ ਕਿ ਆਪਣੇ ਆਪ ਨੂੰ ਉਹਨੇ ਸਮਾਇਆ। ਉਹਦਾ ਵਾਸਾ ਹੈ ਜਲ ਔਰ ਥਲ ਦੇ ਵਿੱਚ। 14 ਲੋਕਾਂ ਦੇ ਵਿੱਚ ਉਹਦੀ ਜੋਤ ਪ੍ਰਕਾਸ਼ਮਾਨ ਹੋ ਰਹੀ ਹੈ, ਉਸ ਅਕਾਲ ਪੁਰਖ ਵਾਹਿਗੁਰੂ ਦੀ। ਸੋ ਹੁਣ ਇਸ ਛੰਦ ਦੇ ਵਿੱਚ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ ਕਿ ਜਿਸ ਜਿਸ ਜਗ੍ਹਾ 'ਤੇ ਉਸ ਦੀ ਜੋਤ ਪ੍ਰਕਾਸ਼ਮਾਨ ਹੋ ਰਹੀ ਹੈ, ਉਹਨਾਂ ਵਿਅਕਤੀਆਂ ਦੇ, ਉਹਨਾਂ ਥਾਵਾਂ ਦੇ, ਉਹਨਾਂ ਜੀਵਾਂ ਦੇ ਨਾਮ ਲੈ ਕਰਕੇ ਸਤਿਗੁਰੂ ਨੇ ਉਸ ਇਨ੍ਹਾਂ ਰੂਪਾਂ ਦੇ ਵਿੱਚੋਂ ਉਸ ਅਰੂਪ ਨੂੰ ਤੱਕਿਆ ਹੈ, ਉਸ ਪਰਮਾਤਮਾ ਨੂੰ ਤੱਕਿਆ ਹੈ। ਪਰਮਾਤਮਾ ਨੂੰ ਤੱਕ ਕੇ ਔਰ ਗੁਰੂ ਕਿਆਂ ਸਿੱਖਾਂ ਨੂੰ ਤੱਕਣਾ ਸਿਖਾਇਆ। ਭਾਵ ਪਰਮਾਤਮਾ ਦੇ ਅਰੂਪ ਦੇ ਅਨੇਕਾਂ ਹੀ ਰੂਪਾਂ ਦੇ ਵਿੱਚੋਂ ਦਰਸ਼ਨ ਕਰਨੇ ਸਿਖਾਏ ਨੇ। ਸੋ ਕਬਿਤ ਤੋਂ ਭਾਵ ਹੈ ਛੰਦ। ਵਿਦਵਾਨਾਂ ਨੇ ਮੰਨਿਆ, ਵਿਦਵਾਨਾਂ ਦਾ ਇਹ ਕਥਨ ਹੈ ਕਿ ਕਬਿਤ ਉਹ ਹੁੰਦਾ ਜਿਹਦੇ 4 ਚਰਨ ਹੋਣ ਖਾਲਸਾ ਜੀ, ਔਰ ਪ੍ਰਤ ਅੱਖਰ ਦੇ ਵਿੱਚ ਉਹਦੇ 31 ਅੱਖਰ ਹੋਣ, 3 ਵਿਸ਼ਰਾਮ ਉਹਦੇ 8-8 ਅੱਖਰਾਂ ਤੇ ਚੌਥਾ ਵਿਸ਼ਰਾਮ 7ਵੇਂ ਅੱਖਰ 'ਤੇ ਹੋਵੇ, ਉਸ ਨੂੰ ਕਬਿਤ ਮੰਨਿਆ ਜਾਂਦਾ। ਕਬਿਤ ਦੀ ਇੱਕ ਚਾਲ ਹੈ। ਅੱਜ ਵੀ ਜਿਹੜੇ ਗੁਰੂ ਕੇ ਸਿੱਖ ਅਕਾਲ ਉਸਤਤ ਸਾਹਿਬ ਜੀ ਦੇ ਪਾਠ ਦੇ ਅਭਿਆਸੀ ਨੇ, ਉਹ ਛੰਦਾਂ ਦੀ ਚਾਲ ਤੋਂ ਜਾਣੂ ਨੇ। ਜਿਵੇਂ ਭੁਜੰਗ ਪ੍ਰਿਆਤ ਛੰਦ ਦੀ ਇੱਕ ਵੱਖਰੀ ਚਾਲ ਹੈ, ਇਸੇ ਤਰ੍ਹਾਂ ਇੱਕ ਕਬਿਤ ਦਾ ਜਾਪ ਕਰਨ ਦੀ ਇੱਕ ਵੱਖਰੀ ਚਾਲ ਹੈ। ਅਤੇ ਜਦੋਂ ਵੀ ਗੁਰੂ ਕਾ ਸਿੱਖ ਪਰਮਾਤਮਾ ਨੂੰ, ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਜਾਣ ਕੇ ਇਹਨਾਂ ਦਾ ਜਾਪ ਕਰਦਾ ਹੈ, ਅਤੇ ਸੱਚੀ ਗੱਲ ਹੈ ਇਸ ਕਬਿਤ ਦੇ ਜਾਪ ਦੇ ਵਿੱਚੋਂ, ਇਸ ਬਾਣੀ ਦੇ ਜਾਪ ਦੇ ਵਿੱਚੋਂ ਇੱਕ ਅਨਹਦ ਨਾਦ ਪ੍ਰਗਟ ਹੁੰਦਾ। ਉਹ ਨਾਦ ਪ੍ਰਗਟ ਹੁੰਦਾ ਜਿਸ ਅਨੰਦ ਨੂੰ ਸੁਣ ਕੇ, ਜਿਸ ਅਨੰਦ ਨਾਦ ਨੂੰ ਸੁਣ ਕੇ ਹਿਰਦੇ ਦੇ ਵਿੱਚ ਉਹ ਆਨੰਦ ਪਰਮਾਤਮਾ ਦਾ ਵਿਸਮਾਦੀ ਆਨੰਦ ਦੇ ਜਿਹੜੇ ਚਸ਼ਮੇ ਫੁੱਟਦੇ ਨੇ। ਸੋ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦਾ ਆਪਾਂ ਬਚਨ ਪੜ੍ਹਦੇ ਹਾਂ ਕਿ ਏਕ ਮੂਰਤ ਅਨੇਕ ਦਰਸ਼ਨ, ਕੀਨ ਰੂਪ ਅਨੇਕ, ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਏਕ। ਕਿ ਸੰਸਾਰ ਦੇ ਵਿੱਚ ਜਿਤਨੇ ਰੂਪ ਨਜ਼ਰ ਆ ਰਹੇ ਨੇ, ਇਹ ਸਾਰੇ ਰੂਪ ਉਸ ਪਰਮਾਤਮਾ ਦੇ ਨੇ। ਉਹ ਸਾਰੇ ਰੂਪਾਂ ਦੇ ਵਿੱਚ ਵਰਤ ਰਿਹਾ। ਏਕ ਮੂਰਤ ਅਨੇਕ ਦਰਸ਼ਨ, ਮੂਰਤ ਇੱਕੋ ਹੈ, ਅਕਾਲ ਮੂਰਤ ਭਾਵ ਪਰਮਾਤਮਾ ਹੈ ਇੱਕ ਮੂਰਤ ਹੈ ਉਸ ਪਰਮਾਤਮਾ ਦੀ, ਅਕਾਲ ਮੂਰਤ। ਏਕ ਮੂਰਤ ਅਨੇਕ ਦਰਸ਼ਨ, ਪਰ ਦਰਸ਼ਨ ਅਨੇਕਾਂ ਮੂਰਤਾਂ ਦੇ ਵਿੱਚ ਹੋ ਰਹੇ ਨੇ। ਕੀਨ ਰੂਪ ਅਨੇਕ, ਕਿਉਂਕਿ ਉਸ ਨੇ ਸੰਸਾਰ ਦੇ ਉੱਤੇ ਅਨੇਕਾਂ ਹੀ ਰੂਪ ਧਾਰਨ ਕੀਤੇ ਨੇ। ਅਤੇ ਇਹ ਪਰਮਾਤਮਾ ਦੀ ਮੋਜ ਹੈ ਕਿ ਖੇਲ ਖੇਲ ਅਖੇਲ ਖੇਲਣ, ਕਿ ਸੰਸਾਰ ਦੇ ਵਿੱਚ ਵੱਖੋ ਵੱਖਰੇ ਕਿਰਦਾਰਾਂ ਨਿਭਾ ਕਰਕੇ, ਵੱਖੋ ਵੱਖਰੇ ਰੂਪਾਂ ਦੇ ਵਿੱਚ ਜੀਵਨ ਨੂੰ ਬਤੀਤ ਕਰਕੇ, ਰੰਗ ਤਮਾਸ਼ਾ ਸੰਸਾਰ ਦਾ ਜਗਤ ਤਮਾਸ਼ਾ ਵੇਖ ਕੇ ਖੇਲ 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 ਖੇਲਣ ਅੰਤ ਕੋ ਫਿਰ ਏਕ। ਅੰਤ ਫਿਰ ਇਸ ਖੇਡ ਨੂੰ ਸਮੇਟ ਕਰਕੇ, ਜੀਵਨ ਦੀ ਇਸ ਖੇਡ ਨੂੰ ਸਮੇਟ ਕਰਕੇ ਉਹ ਅੰਤ ਫਿਰ ਇੱਕ ਹੋ ਜਾਂਦਾ। ਅਨੇਕ ਰੂਪ ਨੇ ਪਰ ਅੰਤ ਕਾਲ ਕੇ ਬਨਾਹੇ ਸਭੈ ਕਾਲ ਹੀ ਚਬਾਹੇਂਗੇ। ਅੰਤ ਨੂੰ ਉਸੇ ਪਰਮਾਤਮਾ ਦੇ ਵਿੱਚ ਲੀਨ ਹੋ ਜਾਂਦੇ ਨੇ। ਜਿਸ ਤਰ੍ਹਾਂ ਖਾਲਸਾ ਜੀ ਮੈਂ ਥੋੜ੍ਹੀ ਹੋਰ ਬੇਨਤੀ ਕਰਾਂ ਕਿ ਮੂਰਤ ਇੱਕ ਹੈ ਪਰ ਦਰਸ਼ਨ ਅਨੇਕਾਂ ਥਾਵਾਂ 'ਤੇ ਹੋ ਰਹੇ ਨੇ, ਅਨੇਕਾਂ ਥਾਵਾਂ 'ਤੇ ਉਹਦਾ ਰੂਪ ਵਰਤ ਰਿਹਾ। ਇੱਕ ਵਿਦਵਾਨ ਨੇ ਲਿਖਿਆ ਕਿ ਬੁੱਧੀ ਅੰਦਰ ਝਲਕਾਂ ਪੈਂਦੀ, ਸਮਝ ਨਹੀਂ ਰਸ ਆਵੇ, ਫੁੱਲਾਂ ਦਾ ਅਕਸ ਪਿਆ ਵਿੱਚ ਸ਼ੀਸ਼ੇ, ਤੋੜਿਆ ਹੱਥ ਨਾ ਆਵੇ। ਉਹ ਕਹਿੰਦਾ ਵੇਖੋ ਕਿ ਬੁੱਧੀ ਦੇ ਅੰਦਰ ਉਸ ਪਰਮਾਤਮਾ ਦੇ ਵਿਸਮਾਦੀ ਦਰਸ਼ਨ, ਵਿਸਮਾਦੀ ਨਾਦ ਦੇ ਜਿਹੜੇ ਕਿ ਝਲਕਾਂ ਪੈਂਦੀਆਂ ਨੇ। ਕਿਸ ਤਰ੍ਹਾਂ ਕਹਿੰਦੇ ਨੇ, ਜਿਵੇਂ ਫੁੱਲ ਹੋਵੇ, ਫੁੱਲ ਦੇ ਸਾਹਮਣੇ ਸ਼ੀਸ਼ਾ ਰੱਖ ਦਿਓ ਅਤੇ ਫੁੱਲ ਦਾ ਅਕਸ ਸ਼ੀਸ਼ੇ ਦੇ ਵਿੱਚ ਵੀ ਨਜ਼ਰ ਆਉਂਦਾ ਹੈ। ਸ਼ੀਸ਼ੇ ਦੇ ਵਿੱਚ ਵੀ ਉਸ ਫੁੱਲ ਦੀ ਮੂਰਤੀ ਦੇ ਦਰਸ਼ਨ ਹੋ ਰਹੇ ਨੇ, ਪਰ ਉਹ ਪਕੜ ਦੇ ਵਿੱਚ ਨਹੀਂ ਆਉਂਦਾ, ਕੇਵਲ ਦਿਸ ਰਿਹਾ ਹੈ। ਇਸੇ ਤਰ੍ਹਾਂ ਖਾਲਸਾ ਜੀ ਸੰਸਾਰ ਦੀਆਂ ਜਿਤਨੀਆਂ ਵੀ ਜੀਵ ਆਤਮਾਵਾਂ ਨੇ, ਇਹ ਸਭ ਜੀਵ ਆਤਮਾਵਾਂ, ਜੀਵ ਜੰਤੂ, ਮਾਨਸ ਜਾਤੀ, ਵਾਯੂ ਮੰਡਲ, ਬਨਸਪਤੀ, ਇਹ ਸਭ ਉਸ ਪਰਮਾਤਮਾ ਦਾ ਅਕਸ਼ ਨੇ, ਪਰਮਾਤਮਾ ਦੀ ਛਾਇਆ ਨੇ। ਪਰਮਾਤਮਾ ਹੀ ਅਨੇਕਾਂ ਮੂਰਤਾਂ ਦੇ ਵਿੱਚ ਦਰਸ਼ਨ ਦੇ ਰਿਹਾ ਹੈ, ਵੱਖੋ ਵੱਖਰੇ ਕਿਰਦਾਰ ਸੰਸਾਰ ਦੇ ਵਿੱਚ ਨਿਭਾ ਰਿਹਾ ਹੈ। ਪਰੰਤੂ
ਸੰਸਾਰ ਦੀ ਤ੍ਰਿਸ਼ਨਾ ਦੀ ਪੱਟੀ ਬੰਨੀ ਹੋਣ ਦੇ ਕਾਰਨ, ਈਰਖਾ ਦੇ ਕਾਰਨ, ਵੈਰ ਦੇ ਕਾਰਨ ਬੰਦਾ ਕਦੇ ਵੀ ਸੰਸਾਰ ਦੇ ਅਨੇਕਾਂ ਰੂਪਾਂ ਦੇ ਵਿੱਚੋਂ ਉਸ ਇੱਕ ਅਰੂਪ ਨੂੰ ਨਹੀਂ ਤੱਕ ਸਕਦਾ। ਕਿਉਂਕਿ ਨਾਨਕ ਸੇ ਅਖੜੀਆਂ ਬੇਅਨ ਜਿਨੀ ਡਸੰਦੋ ਮਾਂ ਪੀਰੀ। ਸਤਿਗੁਰੂ ਕਹਿੰਦੇ ਉਹ ਅੱਖਾਂ ਤੇ ਹੋਰ ਹੀ ਨੇ ਜਿਨ੍ਹਾਂ ਨੇ ਸਾਰਿਆਂ ਦੇ ਵਿੱਚੋਂ ਪਰਮਾਤਮਾ ਦੇ ਦਰਸ਼ਨ ਕਰਕੇ ਇਹ ਗੱਲ ਕਹੀ ਕਿ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਕਿ ਪਰਮਾਤਮਾ ਤੋਂ ਬਿਨਾਂ ਤੇ ਸੰਸਾਰ ਤੇ ਕੁਝ ਹੈ ਹੀ ਨਹੀਂ, ਹਰ ਜਗ੍ਹਾ ਤੇ ਨਿਰੰਕਾਰ ਹੈ। ਵੇਖੋ ਜਿਵੇਂ ਇੱਕ ਕਲਾਕਾਰ ਹੁੰਦਾ, ਉਹ ਕਲਾਕਾਰ ਆਪਣੀ ਪ੍ਰਦਰਸ਼ਨੀ ਦੇ ਵਿੱਚ ਕਲਾਕਾਰ ਇੱਕ ਹੋਵੇ, ਪਰ ਉਹੀ ਕਲਾਕਾਰ ਰਾਜੇ ਦਾ ਵੀ ਕਿਰਦਾਰ ਨਿਭਾਵੇ, ਉਹੀ ਕਲਾਕਾਰ ਚੋਰ ਦਾ ਵੀ ਕਿਰਦਾਰ ਨਿਭਾਵੇ, ਉਹੀ ਕਲਾਕਾਰ ਸਿਪਾਹੀ ਦਾ ਵੀ ਕਿਰਦਾਰ ਨਿਭਾਵੇ, ਉਹੀ ਕਲਾਕਾਰ ਪ੍ਰਜਾ ਦਾ ਵੀ ਕਿਰਦਾਰ ਨਿਭਾਵੇ, ਤੇ ਆਪਾਂ ਇਹ ਕਵਾਂਗੇ ਕਿ ਕਿਰਦਾਰ ਭਾਵੇਂ ਵੱਖੋ ਵੱਖਰੇ ਨੇ ਪਰ ਨਿਭਾ ਇੱਕੋ ਕਲਾ ਕਰ ਰਿਹਾ। ਬਸ ਠੀਕ ਇਸੇ ਤਰ੍ਹਾਂ ਸੰਸਾਰ ਦੇ ਵਿੱਚ ਭਾਵੇਂ ਕੋਈ ਦੇਵ ਹੈ, ਭਾਵੇਂ ਕੋਈ ਦੈਂਤ ਹੈ, ਭਾਵੇਂ ਕੋਈ ਰਾਜਾ ਹੈ, ਭਾਵੇਂ ਕੋਈ ਭਿਖਾਰੀ ਹੈ, ਭਾਵੇਂ ਕੋਈ ਧਰਮ ਨੂੰ ਮੰਨਣ ਵਾਲਾ ਹੈ, ਭਾਵੇਂ ਕੋਈ ਧਰਮ ਦਾ ਖੰਡਨ ਕਰਨ ਵਾਲਾ ਹੈ, ਸੱਚ ਇਹ ਹੈ ਸਾਰਿਆਂ ਕਿਰਦਾਰਾਂ ਦੇ ਵਿੱਚ ਕਿਰਦਾਰ ਕੇਵਲ ਇੱਕ ਪਰਮਾਤਮਾ ਨਿਭਾ ਰਿਹਾ ਹੈ। ਇੱਕ ਅਕਾਲ ਪੁਰਖ ਵਾਹਿਗੁਰੂ ਸਾਰਿਆਂ ਕਿਰਦਾਰਾਂ ਦੇ ਵਿੱਚ ਆਪਣੇ ਕਿਰਦਾਰ ਨੂੰ ਬਖੂਬੀ ਨਿਭਾ ਰਿਹਾ, ਜਗਤ ਤਮਾਸ਼ਾ ਚਲਾ ਰਿਹਾ। ਅਤੇ ਮੈਂ ਬੇਨਤੀ ਕਰਾਂ, ਜੇ ਇਸ ਬਾਣੀ ਦੀ ਸਮਝ ਪੈ ਜਾਵੇ ਤੇ ਪਿਆਰ ਵਾਲਿਓ ਸੱਚੀ ਗੱਲ ਹੈ, ਅੰਦਰ ਦੇ ਝਗੜੇ ਮਿਟ ਜਾਣ, ਅੰਦਰ ਦੀ ਈਰਖਾ ਮਿਟ ਜਾਵੇ, ਸਾਰੀ ਲੋਕਾਈ ਦੇ ਨਾਲ ਪਿਆਰ ਹੋ ਜਾਵੇ, ਤੇ ਫਿਰ ਸਾਡੀ ਰੂਹ ਵੀ ਇਸ ਗੱਲ ਦੀ ਹਾਮੀ ਭਰੇ ਕਿ ਏਕ ਪਿਤਾ ਏਕਸ ਕੇ ਹਮ ਬਾਰਕ, ਕਿ ਅਸੀਂ ਸੱਚਮੁੱਚ ਇਸ ਉਹ ਇੱਕ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਬੱਚੇ ਹਾਂ। ਸਾਡਾ ਕਿਸੇ ਨਾਲ ਵੀ ਵੈਰ ਵਿਰੋਧ ਨਹੀਂ। ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ। ਨਾ ਕੋ ਬੈਰੀ ਨਾ ਹੀ ਬਗਾਨਾ, ਸਗਲ ਸੰਗ ਹਮਕੋ ਬਣਾਈ। ਉਹ ਸੱਚਮੁੱਚ ਅੰਦਰ ਉਹ ਤਾਤ ਪਰਾਈ, ਭਾਵ ਕਿ ਈਰਖਾ ਦਵੈਸ਼ ਮੁੱਕ ਜਾਵੇਗੀ ਕਦੋਂ? ਜਦੋਂ ਸੰਗਤ ਮਿਲ ਜਾਵੇ। ਤੇ ਸੰਗਤ ਮਿਲੇ ਕਿਹਦੀ? ਸੰਗਤ ਮਿਲੇ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਦੀ ਸੰਗਤ ਮਿਲੇ, ਉਸ ਸੋਢੀ ਸੁਲਤਾਨ ਕਲਗੀਧਰ ਪਾਤਸ਼ਾਹ ਦੀ ਸੰਗਤ ਮਿਲੇ, ਤਾਂ ਜਾ ਕੇ ਨਾ ਕੋ ਬੈਰੀ ਨਾ ਹੀ ਬਗਾਨਾ ਅੰਦਰ ਇਹ ਅਵਸਥਾ ਗੁਰੂ ਕੇ ਸਿੱਖ ਦੇ ਹਿਰਦੇ ਦੇ ਵਿੱਚ ਪ੍ਰਗਟ ਹੋਵੇਗੀ। ਇੱਕ ਵਿਦਵਾਨ ਨੇ ਲਿਖਿਆ ਕਿ ਜੇ ਚਾਹੁੰਦਾ ਉਸ ਕੁੱਲ ਕਾਇਨਾਤ ਦੇ ਨਾਲ ਪ੍ਰੇਮ ਹੋ ਜਾਵੇ, ਮੁਹੱਬਤ ਹੋ ਜਾਵੇ, ਹਰ ਜਗ੍ਹਾ ਉਸ ਪਰਮਾਤਮਾ ਦਾ ਨੂਰ ਨਜ਼ਰ ਆਵੇ, ਤੇ ਪਰਮਾਤਮਾ ਨਾਲ ਮੁਹੱਬਤ ਕਰ, ਉਸ ਅਕਾਲ ਪੁਰਖ ਵਾਹਿਗੁਰੂ ਨਾਲ ਪ੍ਰੇਮ ਜਗਾ। ਉਹਦੇ ਪ੍ਰੇਮ 'ਚ ਤਾਕਤ ਬੜੀ ਆ। ਕਿਉਂ? ਉਹਨੇ ਲਿਖਿਆ ਕਿ ਜਿਸੇ ਦੇਖਣਾ ਵੀ ਮੁਹਾਲ ਥਾ, ਨਾ ਥਾ ਜਿਸਕਾ ਨਾਮੋ ਨਿਸ਼ਾਂ ਕਹੀਂ, ਹਰੇਕ ਜ਼र्रे में इश्क ने मुझे जलवा उसका दिखा दिया। ਕਹਿੰਦੇ ਜਿਸ ਅਕਾਲ ਪੁਰਖ ਵਾਹਿਗੁਰੂ ਨੂੰ ਵੇਖ ਨਹੀਂ ਸਾਂ ਸਕਦੇ, ਜਿਹਦਾ ਕਿਤੇ ਕੋਈ ਨਿਸ਼ਾਨ ਚਿਹਨ ਨਜ਼ਰ ਨਹੀਂ ਸੀ ਆਉਂਦਾ, ਪਰ ਕਹਿੰਦੇ ਜਦੋਂ ਉਹਦੇ ਨਾਲ ਪ੍ਰੇਮ ਪੈ ਗਿਆ, ਜਦੋਂ ਉਹਦੇ ਨਾਲ ਮੁਹੱਬਤ ਹੋ ਗਈ, ਫਿਰ ਰੁੱਖਾਂ ਨੂੰ ਤੱਕਿਆ ਤੇ ਰੁੱਖਾਂ 'ਚੋਂ ਵੀ ਪਰਮਾਤਮਾ ਨਜ਼ਰ ਆਇਆ। ਸੰਸਾਰ ਦੇ ਬੰਦਿਆਂ ਨੂੰ ਤੱਕਿਆ ਤੇ ਪਰਮਾਤਮਾ ਨਜ਼ਰ ਆਇਆ। ਸੰਸਾਰ ਦੇ ਵਾਯੂ ਮੰਡਲ ਨੂੰ ਤੱਕਿਆ, ਜਲ ਨੂੰ ਤੱਕਿਆ, ਥਲ ਨੂੰ ਤੱਕਿਆ, ਪਰਮਾਤਮਾ ਨਜ਼ਰ ਆਇਆ। ਪਰ ਮੈਂ ਬੇਨਤੀ ਕਰਾਂ, ਸ਼ਬਦਾਂ ਰਾਹੀਂ ਬਿਆਨ ਕਰਨਾ ਬਹੁਤ ਸੁਖੈਲਾ ਹੈ। ਨਜ਼ਰ ਉਦੋਂ ਤੱਕ ਆ ਨਹੀਂ ਸਕਦਾ ਖਾਲਸਾ ਜੀ, ਜਦੋਂ ਤੱਕ ਬਾਣੀ ਦੇ ਇਹਨਾਂ ਬਚਨਾਂ 'ਤੇ ਅਕਾਲ ਉਸਤਤ ਸਾਹਿਬ ਜੀ ਦੇ ਸਿਧਾਂਤ ਨੂੰ ਸਮਝ ਕੇ ਅੰਤਰ ਧਿਆਨ ਹੋ ਕੇ ਗੁਰੂ ਕੇ ਮੰਤਰ ਦਾ ਅਭਿਆਸ ਨਾ ਕਰਾਂਗੇ। ਕਿਉਂਕਿ ਇੱਕ ਵਿਦਵਾਨ ਦਾ ਕਥਨ ਹੈ, ਹੋ ਦੀਦ ਕਾ ਜੋ ਸ਼ੌਂਕ ਤੋਂ ਆँखों को बंद कर, है देखना यही ਕਿ ਨਾ ਦੇਖਾ ਕਰੇ ਕੋਈ। ਕਿ ਜੇ ਉਹਦੇ ਦੀਦਾਰਿਆਂ ਦਾ ਸ਼ੌਂਕ ਹੈ, ਪਰਮਾਤਮਾ ਦੇ ਦੀਦਾਰਿਆਂ ਦਾ ਸ਼ੌਂਕ ਹੈ, ਪਰਮਾਤਮਾ ਦੀ ਜੋਤ ਦੇ ਦਰਸ਼ਨ ਕਰਨ ਦਾ ਸ਼ੌਂਕ ਹੈ, ਫਿਰ ਇੱਕ ਕੰਮ ਕਰ, ਅੱਖਾਂ ਬੰਦ ਕਰ, ਅੱਖਾਂ ਬੰਦ ਕਰਕੇ ਅੰਤਰ ਧਿਆਨ ਹੋ। ਕਿਉਂਕਿ ਪਰਮਾਤਮਾ ਨੂੰ ਤੱਕਣਾ ਹੈ, ਤੇ ਪਰਮ ਆਤਮਾ ਆਤਮਾ ਦੇ ਵਿੱਚੋਂ ਹੀ ਪ੍ਰਗਟ ਹੋਵੇਗਾ। ਹਾਲੇ ਤੱਕ ਸੰਸਾਰ ਨੂੰ ਤੱਕਿਆ ਹੈ, ਬਾਹਰ ਬਹੁਤ ਕੁਝ ਸੰਵਾਰਿਆ ਹੈ, ਬਾਹਰਮੁਖੀ ਸੰਸਾਰ ਦੇ ਵਿੱਚ ਬਹੁਤ ਕੁਝ ਸ਼ਿੰਗਾਰਿਆ, ਪਰ ਅੰਤਰਮੁਖੀ ਸੰਸਾਰ ਦੇ ਵਿੱਚ ਨਾ ਕੁਝ ਸੰਵਾਰਿਆ ਤੇ ਨਾ ਕੁਝ ਸ਼ਿੰਗਾਰਿਆ। ਬਾਹਰ ਮਹਿਲ ਮਸਾੜੀਆਂ ਬਹੁਤ ਬਣਾਏ, ਬਾਹਰ ਮਹਿਲ ਬਣਾ ਲਏ, ਉੱਚੀ ਉੱਚੀ ਬਿਲਡਿੰਗਾਂ ਬੰਦੇ ਨੇ ਬਣਾ ਲਈਆਂ, ਪਰ ਅੰਦਰ ਦਾ ਨਿੱਜ ਘਰ ਵਾਸਾ ਹੋਏ। ਨਿੱਜ ਘਰ ਦੀ ਤੇ ਕਦੇ ਭਾਲ ਨਹੀਂ ਕੀਤੀ, ਨਿੱਜ ਘਰ ਨੂੰ ਸੰਵਾਰਿਆ ਨਹੀਂ, ਨਿੱਜ ਘਰ ਨੂੰ ਸ਼ਿੰਗਾਰਿਆ ਨਹੀਂ, ਅੰਤਰ ਧਿਆਨ ਹੋ ਕਰਕੇ ਕਦੇ ਅੰਤਰ ਦੇ ਵਾਤਾਵਰਨ ਨੂੰ ਸ਼ੁੱਧ ਨਹੀਂ ਕੀਤਾ। ਉਹ ਕਹਿੰਦਾ ਇਸ ਕਰਕੇ ਜੇ ਉਹਦੇ ਪਰਮਾਤਮਾ ਦੇ ਦੀਦਾਰਿਆਂ ਦਾ ਸ਼ੌਂਕ ਹੈ ਤੇ ਨੇਤਰ ਬੰਦ ਕਰਕੇ ਕਿਤੇ ਕੁਝ ਪਲ ਬੈਠ ਕੇ ਬੰਦਗੀ ਦੇ ਵਿੱਚ ਜੁੜ, ਸਿਮਰਨ ਦੇ ਵਿੱਚ ਜੁੜ। ਕਿਉਂਕਿ ਜਦੋਂ ਅੰਤਰ ਧਿਆਨ ਹੋਵਾਂਗੇ ਤੇ ਅੱਖਾਂ ਸਾਹਮਣੇ ਆ ਰਹੇ ਹਨੇਰੇ ਦੇ ਵਿੱਚੋਂ ਹੀ ਪਰਮਾਤਮਾ ਦੀ ਜੋਤ ਪ੍ਰਗਟ ਹੋਵੇਗੀ।
ਜਦੋਂ ਤੱਕ ਕਿਸੇ ਚੀਜ਼ ਨੂੰ ਲੱਭਿਆ ਨਾ ਜਾਵੇ ਖਾਲਸਾ ਜੀ, ਕਿਸੇ ਚੀਜ਼ ਦੀ ਖੋਜ ਨਾ ਕੀਤੀ ਜਾਵੇ, ਉਦੋਂ ਤੱਕ ਪ੍ਰਗਟ ਨਹੀਂ ਹੋ ਸਕਦਾ। ਦੁੱਧ ਨੂੰ ਵੀ ਰਿੜਕਣਾ ਪੈਂਦਾ ਤਾਂ ਜਾ ਕੇ ਕਿਤੇ ਮੱਖਣ ਪ੍ਰਗਟ ਹੁੰਦਾ ਹੈ। ਇਸ ਮਨ ਰੂਪੀ ਦੁੱਧ ਨੂੰ ਵੀ ਰਿੜਕਣਾ ਪਵੇਗਾ। ਭਾਂਡਾ ਧੋਏ ਬੈਸ ਧੂਪ ਦੇਵੋ, ਤੋ ਦੂਧੈ ਕੋ ਜਾਵੋ, ਦੂਧ ਕਰਮ ਫੁਨ ਸੁਰਤ ਸਮਾਇਨ, ਹੋਏ ਨਿਰਾਸ ਜਮਾਵੋ। ਪਹਿਲਾਂ ਮਨ ਦਾ ਭਾਂਡਾ ਸਾਫ਼ ਕਰਨਾ ਪਵੇਗਾ। ਜਦੋਂ ਮਨ ਦੀ ਕਾਲਕ ਲਹਿ ਗਈ, ਸੱਚਮੁੱਚ ਮੈਂ ਬੇਨਤੀ ਕਰਦਾ ਵੀ ਅੱਖਾਂ ਸਾਹਮਣੇ ਜਿਹੜਾ ਕਾਲਾ ਹਨੇਰਾ ਹੁੰਦਾ, ਇਹ ਨਾ ਸਮਝਿਆ ਕਰੀਏ ਵੀ ਪਲਕਾਂ ਬੰਦ ਕੀਤੀਆਂ ਤਾਂ ਹੀ ਆ ਰਿਹਾ। ਪਿਆਰ ਵਾਲਿਓ, ਸੱਚੀ ਗੱਲ ਹੈ, ਜਦੋਂ ਕਾਲਕ ਸਾਹਮਣੇ ਹੋਵੇ ਨਾ, ਕਾਲਕ ਲੱਗੀ ਹੋਵੇ ਤੇ ਸ਼ੀਸ਼ੇ ਦੇ ਵਿੱਚੋਂ ਅਕਸ ਨਜ਼ਰ ਨਹੀਂ ਆਉਂਦਾ। ਇਹ ਮਨ ਰੂਪੀ ਸ਼ੀਸ਼ੇ ਦੇ ਵਿੱਚ ਵੀ ਪਰਮਾਤਮਾ ਦਾ ਅਕਸ, ਪਰਮਾਤਮਾ ਦੀ ਜੋਤ ਤਾਂ ਹੀ ਨਜ਼ਰ ਆਵੇਗੀ ਜਦੋਂ ਇਹ ਕਾਲਕ ਦੂਰ ਹੋ ਗਈ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਵਾ ਸਿਆਹੋ। ਇਹ ਕਾਲਕ ਦੂਰ ਹੋਵੇਗੀ ਉਦੋਂ ਜਦੋਂ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਬਚਨਾਂ 'ਤੇ ਪਹਿਰਾ ਦੇਵਾਂਗੇ। ਕਿਉਂਕਿ ਮਹਾਰਾਜ ਨੇ ਕਿਹਾ, ਜੇ ਪਰਮਾਤਮਾ ਦੇ ਦਰਸ਼ਨ ਕਰਨੇ ਨੇ ਤੇ ਪਰਮਾਤਮਾ ਦੇ ਚਰਨਾਂ 'ਚ ਜੋਦੜੀ ਕਰ, ਅਰਦਾਸ ਕਰ ਕਿ ਸਭ ਅਵਗੁਣ ਮੈਂ ਗੁਣ ਨਹੀਂ ਕੋਈ, ਕਿਉ ਕਰ ਕੰਤ ਮਿਲਾਵਾ ਹੋਈ। ਨਾ ਮੈਂ ਰੂਪ ਨਾ ਬੰਕੇ ਨੈਣਾ, ਨਾ ਕੁਲ ਢੰਗ ਨਾ ਮੀਠੇ ਬਹਿਣਾ। ਕਿ ਪਰਮਾਤਮਾ ਮੇਰੇ ਵਿੱਚ ਸਾਰੇ ਹੀ ਅਵਗੁਣ ਨੇ, ਹਮ ਅਵਗੁਣ ਭਰੇ ਏਕ ਗੁਣ ਨਾਹੀ। ਅੰਮ੍ਰਿਤ ਛਾੜ ਬਿਖੈ ਬਿਖ ਖਾਹੀ। ਮੈਂ ਪਰਮਾਤਮਾ ਦੇ ਨਾਮ ਰੂਪੀ ਅੰਮ੍ਰਿਤ ਨੂੰ ਛੱਡ ਕੇ ਨਿਤ ਜ਼ਹਿਰ ਦਾ ਚੋਗਾ ਪੀਨਾ ਹਾਂ। ਪਰਮਾਤਮਾ ਕਿਤੇ ਕਿਰਪਾ ਕਰ, ਮੈਨੂੰ ਆਪਣੇ ਨਾਮ ਦੀ ਦਾਤ ਬਖਸ਼ ਦੇ। ਕਿਰਪਾ ਜਲ ਦੇਹ ਨਾਨਕ ਸਾ ਰੰਗ ਕਹੋ, ਹੋਏ ਜਾਤੇ ਤੇਰਾ ਨਾਏ ਵਾਸਾ। ਕਿਤੇ ਕਿਰਪਾ ਕਰ, ਉਹ ਨਾਮ ਦਾ ਅੰਮ੍ਰਿਤ ਮੇਰੇ ਹਿਰਦੇ ਰੂਪੀ ਜ਼ਮੀਨ ਦੇ ਉੱਤੇ ਉਹਦੀ ਵਰਖਾ ਕਰ ਦੇ, ਤਾਂ ਜੋ ਪਰਮਾਤਮਾ ਮੈਨੂੰ ਤੇਰੀ ਅਲਾਹੀ ਜੋਤ ਦੇ ਦਰਸ਼ਨ ਹੋ ਜਾਣ। ਉਹ ਫਕੀਰੀ ਦਾ ਚਸ਼ਮਾ ਮੇਰੇ ਨੇਤਰਾਂ 'ਤੇ ਲੱਗ ਜਾਵੇ, ਜਿਨ੍ਹਾਂ ਨੇਤਰਾਂ ਦੇ ਨਾਲ ਫਿਰ ਮੈਂ ਤੈਨੂੰ ਤੱਕਾਂ। ਸਤਿਗੁਰੂ ਗੁਰੂ ਅਮਰਦਾਸ ਜੀ ਦਾ ਆਪਾਂ ਬਚਨ ਪੜ੍ਹਦੇ ਹਾਂ, ਇਹ ਨੇਤਰੋ ਮੇਰੇ ਹੋ ਹਰ ਤੂੰ ਮਹਿ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਇਹੋ ਵੇਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਵੇਖੋ, ਇਹ ਬਚਨ ਪੜ੍ਹ ਹੀ ਦੇਣਾ ਸੌਖਾ ਏ, ਪਰ ਸੱਚੀ ਗੱਲ ਹੈ ਕਿ ਇਸ ਬਚਨ ਨੂੰ ਜੀਵਨ ਦੇ ਵਿੱਚ ਲਾਗੂ ਕਰਦਿਆਂ ਕਰਦਿਆਂ ਕਈ ਜਨਮ ਬੀਤ ਜਾਂਦੇ ਨੇ। ਕਿਉਂਕਿ ਬੰਦੇ ਦੇ ਅੰਦਰ ਜਿਹੜੀ ਈਰਖਾ ਦੀ ਪੱਟੀ ਹੈ ਨਾ, ਜਿਹੜੀ ਆਪਣੀ ਹਉਮੈ ਦੀ ਪੱਟੀ ਹੈ, ਉਹ ਕਿਸੇ ਦੂਸਰੇ ਦੇ ਵਿੱਚ ਰੱਬ ਨੂੰ ਵੇਖਣ ਦੀ ਸੋਝੀ ਆਉਣ ਨਹੀਂ ਦਿੰਦੀ, ਕਿਸੇ ਦੂਸਰੇ ਦੇ ਵਿੱਚ ਪਰਮਾਤਮਾ ਦੀ ਜੋਤ ਨਜ਼ਰ ਆਉਣ ਨਹੀਂ ਦਿੰਦੀ। ਕਿਉਂਕਿ ਦੂਜੇ ਦੇ ਵਿੱਚ ਆਪਣਾ ਵਿਰੋਧੀ ਨਜ਼ਰ ਆਉਂਦਾ ਹੈ, ਦੂਜੇ ਦੇ ਵਿੱਚ ਆਪਣਾ ਕੰਪੀਟੀਟਰ ਨਜ਼ਰ ਆਉਂਦਾ ਹੈ। ਜਿੱਦਣ ਦੂਜੇ ਦੇ ਵਿੱਚੋਂ ਪਰਮਾਤਮਾ ਦੀ ਜੋਤ ਨਜ਼ਰ ਆਵੇਗੀ, ਉਦੋਂ ਤੇ ਕੁੱਲ ਕਾਇਨਾਤ ਦੇ ਨਾਲ ਮੁਹੱਬਤ, ਕੁੱਲ ਕਾਇਨਾਤ ਦੇ ਨਾਲ ਪ੍ਰੇਮ ਹੋ ਜਾਵੇਗਾ। ਸੋ ਪਿਆਰ ਵਾਲਿਓ, ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਬਚਨ ਕਰਦੇ ਨੇ, ਤਉ ਪ੍ਰਸਾਦ ਕਬਿਤ, ਕਿ ਇਹ ਪਰਮਾਤਮਾ ਦੇ ਅਰੂਪ ਨੂੰ ਤੱਕਣ ਦਾ ਛੰਦ ਮੈਂ ਲਿਖਣ ਲੱਗਾ ਹਾਂ ਕਬਿਤ ਦੇ ਰੂਪ ਦੇ ਵਿੱਚ, ਪਰੰਤੂ ਲਿਖਣ ਲੱਗਾ ਤੇਰੀ ਕਿਰਪਾ ਦੇ ਨਾਲ, ਤੇਰੀ ਬਖਸ਼ਿਸ਼ ਦੇ ਨਾਲ, ਤੇਰੀ ਰਹਿਮਤ ਦੇ ਨਾਲ, ਤਉ ਪ੍ਰਸਾਦ, ਤੇਰੇ ਪ੍ਰਸਾਦ ਦੇ ਨਾਲ। ਔਰ ਬਚਨ ਕਰਦੇ ਨੇ, ਕਤਹੂੰ ਸੁਚੇਤ ਹੋਏ ਕਾ ਚੇਤ ਨਾ ਕੁਚਾਰ ਕੀਓ, ਕਤਹੂੰ ਅਚਿੰਤ ਹੋਏ ਕਾ ਸੋਬਤ ਅਚੇਤ ਹੋ। ਸੰਸਾਰ ਦੇ ਵਿੱਚ ਵੇਖੋ ਕੈਸੇ ਕੈਸੇ ਕਰਦਾਰ ਪਰਮਾਤਮਾ ਨਿਭਾ ਰਿਹਾ ਹੈ। ਜਦੋਂ ਆਪਾਂ ਇਹ ਕਵਾਂਗੇ ਨਾ ਕਿ ਸਭ ਮਹਿ ਜੋਤ ਜੋਤ ਹੈ ਸੋਈ, ਫਿਰ ਸੰਸਾਰ ਦੇ ਵਿੱਚ ਜਿਤਨੇ ਵੀ ਕਰਦਾਰ ਨੇ, ਸੰਸਾਰ ਦੇ ਵਿੱਚ ਜਿਤਨੇ ਵੀ ਤਰ੍ਹਾਂ ਦੇ ਇਨਸਾਨ ਨੇ, ਫਿਰ ਸਾਰਿਆਂ ਵਿੱਚ ਹੀ ਪਰਮਾਤਮਾ ਦੀ ਜੋਤ ਆ ਜਾਵੇਗੀ। ਸਤਿਗੁਰੂ ਕਹਿੰਦੇ, ਕਤਹੂੰ ਸੁਚੇਤ ਹੋਏ ਕਿ ਚੇਤਨਾ ਕੋ ਚਾਰ ਕੀਓ। ਕਿਤੇ ਤੇ ਸੁਚੇਤ ਹੋ ਕੇ, ਜਾਗਰੂਕ ਹੋ ਕੇ ਚੇਤਨਤਾ ਦਾ ਪ੍ਰਚਾਰ ਕਰ ਰਿਹਾ, ਲੋਕਾਂ ਨੂੰ ਜਗਾ ਰਿਹਾ। ਆਪਾਂ ਅੱਜ ਵੇਖਦੇ ਹਾਂ ਸਮਾਜ ਦੇ ਵਿੱਚ ਕਿ ਕੁਝ ਇਨਸਾਨ, ਉਹਨਾਂ ਦਾ ਡਿਊਟੀ ਹੈ, ਉਹਨਾਂ ਦਾ ਕਰਮ ਹੈ ਕਿ ਉਹ ਸੰਸਾਰ ਦੇ ਵਿੱਚ ਚੇਤਨਤਾ ਦਾ ਪ੍ਰਚਾਰ ਕਰਦੇ ਨੇ, ਜਾਗਰੂਕਤਾ ਦਾ ਪ੍ਰਚਾਰ ਕਰਦੇ ਨੇ। ਸਤਿਗੁਰੂ ਕਹਿੰਦੇ, ਪਰਮਾਤਮਾ ਮੈਂ ਜਦੋਂ ਸੰਸਾਰ ਦੇ ਵਿੱਚ ਵੇਖਦਾ ਤੇ ਮੈਨੂੰ ਨਜ਼ਰ ਆਉਂਦਾ ਹੈ ਕਿ ਕਿਤੇ ਤੂੰ ਸੁਚੇਤ ਹੋ ਕੇ, ਸਾਵਧਾਨ, ਜਾਗਰੂਕ ਹੋ ਕਰਕੇ ਚੇਤਨਤਾ ਦਾ ਪ੍ਰਚਾਰ ਕੁੱਲ ਲਕਾਈ ਦੇ ਵਿੱਚ ਕਰ ਰਿਹਾ ਹੈ, ਤੇ ਕਿਤੇ ਕਤਹੂੰ ਅਚਿੰਤ ਹੋਏ ਕਿ ਸੋਵਤ ਅਚੇਤ ਹੋ, ਤੇ ਕਿਤੇ ਐਂ ਬੇਫਿਕਰ ਹੋ ਕਰਕੇ, ਚਿੰਤਾ ਤੋਂ ਰਹਿਤ ਹੋ ਕਰਕੇ, ਚਿੰਤਾ ਤੋਂ ਮੁਕਤ ਹੋ ਕਰਕੇ ਘੂਕ ਸੁੱਤਾ ਪਿਆ, ਆਰਾਮ ਫਰਮਾ ਰਹੇ ਹਾਂ। ਬੇਪਰਵਾਹੀ ਹੈ, ਬੇਪਰਵਾਹੀ ਦੇ ਵਿੱਚ ਆਰਾਮ ਫਰਮਾ ਰਹੇ ਹਾਂ। ਵੇਖੋ, ਇੱਕ ਜਿੱਥੇ ਸ਼ਬਦ ਪਰਮਾਤਮਾ ਦੇ ਕਰਦਾਰ ਦੇ ਦਰਸ਼ਨ ਕਰਦੇ ਕਿ ਵੱਖੋ ਵੱਖਰੇ ਕਰਦਾਰ ਵੇਖਿਆ ਜਾਵੇ ਸੰਸਾਰ ਦੇ ਵਿੱਚ, ਜਿਹੜਾ ਜਾਗਰੂਕਤਾ ਦਾ ਪ੍ਰਚਾਰ ਕਰ ਰਿਹਾ ਇੱਕੋ, ਤੇ ਜਿਹੜਾ ਬਿਲਕੁਲ ਬੇਫਿਕਰ ਹੈ, ਦੋਵੇਂ ਐਂਟੀ ਨੇ। ਆਮ ਬੰਦਾ
ਐਂਟੀ ਬੰਦਿਆਂ ਦੇ ਵਿੱਚੋਂ ਕਦੇ ਇੱਕ ਜੋਤ ਦੇ ਦਰਸ਼ਨ ਨਹੀਂ ਕਰਦਾ। ਇਹ ਦ੍ਰਿਸ਼ਟੀ ਕੇਵਲ ਤੇ ਕੇਵਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਹੈ ਕਿ ਜਿਹੜੇ ਦੋ ਵਿਰੋਧੀ ਬੰਦਿਆਂ ਦੇ ਵਿੱਚੋਂ ਵੀ ਪਰਮਾਤਮਾ ਦੀ ਜੋਤ ਦੇ ਦਰਸ਼ਨ ਕਰਦੇ ਨੇ। ਪਰਮਾਤਮਾ ਕਿ ਸਾਰਿਆਂ ਦੇ ਵਿੱਚ ਹੀ ਤੂੰ ਹੀ ਵਰਤ ਰਿਹਾ। ਹੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ, ਕਿਤੇ ਤੂੰ ਚੇਤਨਤਾ ਦਾ ਪ੍ਰਚਾਰ ਕਰ ਰਿਹਾ ਹੈ ਤੇ ਕਿਤੇ ਚਿੰਤਾ ਮੁਕਤ ਹੋ ਕਰਕੇ, ਬੇਫਿਕਰ ਹੋ ਕਰਕੇ, ਬੇਪਰਵਾਹ ਹੋ ਕਰਕੇ ਆਰਾਮ ਫਰਮਾ ਰਿਹਾ ਹੈ। ਸੋ ਅੱਗੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਬਚਨ ਕਰਦੇ ਨੇ, ਕਤਹੂੰ ਭਿਖਾਰੀ ਹੋਏ ਕੈ ਮੰਗਤ ਫਿਰਤ ਭੀਖ ਕਹੂੰ ਮਹਾਦਾਨ ਹੋਏ ਕੈ ਮੰਗਿਓ ਧਨ ਦੇਤ ਹੋ। ਸਤਿਗੁਰੂ ਕਹਿੰਦੇ ਸੰਸਾਰ ਦੇ ਵਿੱਚ ਜਦੋਂ ਨਿਗਾਹ ਪੈਂਦੀ ਹੈ ਤੇ ਕਿਸੇ ਭਿਖਾਰੀ ਨੂੰ ਭਿੱਖਿਆ ਮੰਗਦੇ ਹੋਏ ਵੇਖਦਾ ਤੇ ਮੈਂ ਵੇਖਦਾ ਪ੍ਰਮਾਤਮਾ ਕਿ ਭਿਖਾਰੀ ਦਾ ਕਰਤਾਰ ਵੀ ਤੂੰ ਨਿਭਾ ਰਿਹਾ। ਕਿਤੇ ਭਿਖਾਰੀ ਦੇ ਰੂਪ ਦੇ ਵਿੱਚ ਭਿੱਖਿਆ ਮੰਗ ਰਿਹਾ ਤੇ ਕਿਤੇ ਮਹਾਦਾਨੀ ਹੋ ਕਰਕੇ ਮੂੰਹ ਮੰਗਿਆ ਦਾਨ ਪਿਆ ਦਿੰਦਾ। ਕਹੂੰ ਮਹਾਦਾਨ ਹੋਏ ਕੈ ਮੰਗਿਓ ਧਨ ਦੇਤ ਹੋ। ਕਿਤੇ ਭਿਖਾਰੀ ਦਾ ਕਰਤਾਰ ਨਿਭਾ ਰਿਹਾ, ਕਿਤੇ ਮਹਾਦਾਨੀ ਦਾ ਕਰਤਾਰ ਨਿਭਾ ਰਿਹਾ, ਮੂੰਹ ਮੰਗਿਆ ਦਾਨ ਦੇ ਰਿਹਾ। ਸੱਚੀ ਗੱਲ ਹੈ, ਭਾਵੇਂ ਉੱਚਾ ਹੈ ਭਾਵੇਂ ਨੀਵਾਂ ਹੈ, ਹਰ ਇੱਕ ਦੇ ਵਿੱਚ ਸਿਰਫ ਤੇ ਸਿਰਫ ਉਹ ਗੋਬਿੰਦ ਹੈ, ਉਹ ਪਰਮਾਤਮਾ ਹੈ। ਊਚ ਨੀਚ ਮਹਿ ਜੋਤ ਸਮਾਣੀ ਘਟ ਘਟ ਮਾਧੋ ਜੀਆ। ਉੱਚੇ ਨੀਵੇਂ ਦੇ ਵਿੱਚ ਉਸ ਪਰਮਾਤਮਾ ਦੀ ਜੋਤ ਸਮਾਈ ਹੋਈ ਹੈ। ਹੁਕਮੇ ਊਚ ਨੀਚ ਵਿਵਹਾਰ ਹੁਕਮੇ ਅਨਕ ਰੰਗ ਪ੍ਰਕਾਰ। ਹਰ ਇੱਕ ਦੇ ਵਿੱਚ ਪਰਮਾਤਮਾ ਕਰਤਾਰ ਨਿਭਾ ਰਿਹਾ ਹੈ। ਸਰਬਲੋ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ। ਮਹਾਰਾਜ ਨੇ ਪਰਮਾਤਮਾ ਦੇ ਕਰਤਾਰਾਂ ਦੇ ਉੱਤੇ ਵਿਆਖਿਆ ਕੀਤੀ। ਮਹਾਰਾਜ ਕਹਿੰਦੇ, ਜਾਤ ਪਾਤ ਰਚਨਾ ਭਈ ਸਭ ਮਹਿ ਆਪ ਖਿਲੰਤ, ਨੀਚ ਊਚ ਮੈਂ ਆਪ ਹਰ ਬਿਰਲਾ ਕੋਏ ਬੁਝੰਤ। ਰਾਵ ਰੰਕ ਪ੍ਰਜਾ ਭਈ ਗ੍ਰਾਮ ਨਗਰ ਸਭ ਦੇਸ, ਭੂਪ ਛਤਰਪਤ ਤੇਜ ਬਰ ਸੂਰੇ ਜੋਧ ਨਰੇਸ਼। ਸਤਿਗੁਰੂ ਕਹਿੰਦੇ ਸੰਸਾਰ ਦੇ ਵਿੱਚ ਜਾਤ ਪਾਤ ਦੀ ਰਚਨਾ ਹੋਈ, ਪਰੰਤੂ ਹਰ ਇੱਕ ਜਾਤ ਦੇ ਇਨਸਾਨ ਦੇ ਵਿੱਚ, ਹਰ ਇੱਕ ਫਿਰਕੇ ਦੇ ਇਨਸਾਨ ਦੇ ਵਿੱਚ ਪਰਮਾਤਮਾ ਤੂੰ ਆਪ ਹੀ ਖੇਲ ਕਰ ਰਿਹਾ, ਆਪ ਹੀ ਖੇਡਾਂ ਕਰ ਰਿਹਾ, ਸੰਸਾਰ ਦੀ ਖੇਡ ਨੂੰ ਚਲਾ ਰਿਹਾ। ਨੀਚ ਊਚ ਮੈਂ ਆਪ ਹਰ, ਹੇ ਹਰੀ ਹੇ ਅਕਾਲ ਪੁਰਖ ਵਾਹਿਗੁਰੂ, ਨੀਵੇਂ ਅਤੇ ਉੱਚੇ ਦੇ ਵਿੱਚ ਭਾਵੇਂ ਕੋਈ ਨੀਵਾਂ ਹੈ ਭਾਵੇਂ ਕੋਈ ਉੱਚਾ ਹੈ, ਹਰ ਇੱਕ ਦੇ ਵਿੱਚ ਤੂੰ ਹੀ ਸਮਾਇਆ ਹੈ। ਬਿਰਲਾ ਕੋਏ ਬੁਝੰਤ, ਪਰ ਇਹ ਕੋਈ ਬਿਰਲਾ ਹੀ ਹੈ ਜਿਹੜਾ ਇਸ ਗੱਲ ਨੂੰ ਬੁੱਝ ਲਵੇ। ਵੇਖੋ ਪਿਆਰਿਓ, ਮੈਂ ਬੇਨਤੀ ਕਰਾਂ ਕਿ ਆਮ ਇਨਸਾਨ ਜਿਹੜਾ ਹੁੰਦਾ, ਆਮ ਬੰਦਾ ਹੁੰਦਾ ਹੈ ਨਾ, ਜਿਹੜਾ ਜਿਹਦੇ ਕੋਲੋਂ ਸਮਦ੍ਰਿਸ਼ਟੀ ਨਹੀਂ ਹੁੰਦੀ, ਜਿਹਦੇ ਅੰਤਰਮੁਖੀ ਨੇਤਰਾਂ ਦੇ ਵਿੱਚ ਹਲੇ ਪਰਮਾਤਮਾ ਦੀ ਜੋਤ ਦਾ ਪ੍ਰਕਾਸ਼ ਨਹੀਂ ਹੋਇਆ ਹੁੰਦਾ, ਉਹਦੀ ਨਜ਼ਰ ਦੇ ਵਿੱਚ ਬੜਾ ਫਰਕ ਹੁੰਦਾ। ਉਹ ਆਪਣੇ ਤੋਂ ਉੱਚੇ ਨੂੰ ਜਦੋਂ ਵੇਖਦਾ ਉਹਦੇ ਵੱਲ ਨਜ਼ਰ ਮਾਰਦਾ ਤੇ ਅੱਖਾਂ ਹੋਰ ਨੇ, ਬੋਲਣ ਦੀ ਸ਼ੈਲੀ ਹੋਰ ਹੈ, ਤੇ ਜਦੋਂ ਆਪਣੇ ਤੋਂ ਨੀਵੇਂ ਨੂੰ ਵੇਖਦਾ ਉਦੋਂ ਅੱਖਾਂ ਹੋਰ ਨੇ, ਵੇਖਣ ਦਾ ਨਜ਼ਰੀਆ ਹੋਰ ਹੈ, ਬੋਲਣ ਦੀ ਸ਼ੈਲੀ ਹੋਰ ਹੈ। ਇਹ ਕਿਉਂ? ਕਿਉਂਕਿ ਹਾਲੇ ਪਰਮਾਤਮਾ ਨੂੰ ਨਹੀਂ ਤੱਕਿਆ, ਹਾਲੇ ਇਹ ਵੇਖ ਰਿਹਾ ਵੀ ਇਹ ਮੇਰੇ ਤੋਂ ਉੱਚਾ ਹੈ, ਇਹਦੇ ਨਾਲ ਮੈਂ ਕਿਸ ਤਰ੍ਹਾਂ ਬਿਹੇਵ ਕਰਨਾ, ਤੇ ਜਿਹੜਾ ਮੇਰੇ ਤੋਂ ਨੀਵਾਂ ਹੈ ਉਸ ਤਰ੍ਹਾਂ ਉਹਦੇ ਨਾਲ ਕਿਵੇਂ ਬਿਹੇਵ ਕਰਨਾ। ਆਪਾਂ ਡੇਲੀ ਰੂਟੀਨ ਦੇ ਵਿੱਚ ਵੇਖਦੇ ਹਾਂ ਕਿ ਬੰਦੇ ਦੇ ਕਿੰਨੇ ਰੂਪ ਨੇ। ਬੰਦਾ ਇੱਕ ਹੈ, ਅੱਖਾਂ ਦੋ ਨੇ, ਪਰ ਵੇਖਣ ਦਾ ਨਜ਼ਰੀਆ ਕਿੰਨਾ ਵੱਖੋ ਵੱਖਰਾ ਹੈ। ਕੋਈ ਅਹੁਦੇਦਾਰ ਵੱਡਾ ਹੋਵੇ ਤੇ ਬੋਲਣ ਦਾ ਨਜ਼ਰੀਆ, ਗੱਲ ਕਰਨ ਦੀ ਸ਼ੈਲੀ ਔਰ ਪਿਆਰ ਵਾਲਿਓ ਵੇਖਣ ਦਾ ਨਜ਼ਰੀਆ ਹੋਰ ਹੋਵੇਗਾ, ਪਰ ਜਦੋਂ ਕੋਈ ਨੀਵਾਂ ਆ ਜਾਵੇ ਤੇ ਫਿਰ ਬੋਲਣ ਦਾ, ਚਿਹਰੇ ਦੇ ਉੱਤੇ ਜਿਹੜੀ ਰੌਣਕ ਹੈ ਉਹ ਹੋਰ ਹੋਵੇਗੀ, ਅੱਖਾਂ ਦਾ ਨਜ਼ਰੀਆ, ਵੇਖਣ ਦਾ ਨਜ਼ਰੀਆ ਹੋਰ ਹੋਵੇਗਾ। ਪਰ ਇਹ ਕੇਵਲ ਗੁਰੂ ਗੋਬਿੰਦ ਸਿੰਘ ਮਹਾਰਾਜ ਹੀ ਨੇ ਜਿਹੜੇ ਭਿਖਾਰੀ ਨੂੰ ਵੇਖ ਕੇ ਵੀ ਇਹ ਕਹਿੰਦੇ ਨੇ, ਪਰਮਾਤਮਾ ਭਿਖਾਰੀ ਦੇ ਵਿੱਚ ਵੀ ਕਰਤਾਰ, ਭਿੱਖਿਆ ਮੰਗਣ ਵਾਲਾ ਤੂੰ ਨਿਭਾ ਰਿਹਾ। ਹੇ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ, ਮੂੰਹ ਮੰਗਿਆ ਦਾਨ ਵੀ ਮਹਾਦਾਨੀ ਦੇ ਰੂਪ ਦੇ ਵਿੱਚ ਤੂੰ ਹੀ ਨਿਭਾ ਰਿਹਾ, ਕੋਈ ਦੂਸਰਾ ਨਹੀਂ। ਕਿਉਂਕਿ ਸਰਬਲੋ ਗ੍ਰੰਥ ਦੇ ਵਿੱਚ ਪਾਤਸ਼ਾਹ ਨੇ ਬਚਨ ਕੀਤੇ, ਸਭ ਮਹਿ ਤੂੰ ਹੀ ਨਿਰੰਜਨਾ, ਊਨੀ ਠੋਰ ਨਾ ਕੋਏ, ਘਟ ਘਟ ਮੈਂ ਵਿਚਰੇ ਪ੍ਰਭੂ, ਨਾ ਕੋਏ ਹੁਆ ਨਾ ਹੋਏ। ਹੇ ਪਰਮਾਤਮਾ, ਸਾਰਿਆਂ ਵਿੱਚ ਤੂੰ ਹੀ ਹੈ, ਸਭ ਮਹਿ ਤੂੰ ਹੀ ਨਿਰੰਜਨਾ, ਊਨੀ ਠੋਰ ਨਾ ਕੋਏ, ਘਟ ਘਟ ਮੈਂ ਵਿਚਰੇ ਪ੍ਰਭੂ। ਘਟ ਘਟ ਵਿੱਚ ਤੂੰ ਵਿਚਰ ਰਿਹਾ, ਹਰ ਇੱਕ ਦੇ ਵਿੱਚ, ਕਣ ਕਣ ਦੇ ਵਿੱਚ ਪਰਮਾਤਮਾ ਤੇਰੀ ਜੋਤ ਸੁਭਾਏਮਾਨ ਹੈ। ਤੂੰ ਵੱਖੋ ਵੱਖਰੇ ਕਰਤਾਰ ਨਿਭਾ ਰਿਹਾ ਹੈ, ਨਾ ਕੋਈ ਹੁਆ ਨਾ ਹੋਏ, ਦੂਸਰਾ ਨਾ ਕਦੇ ਸੰਸਾਰ 'ਤੇ ਹੋਇਆ ਤੇ ਨਾ ਹੀ ਕੋਈ ਹੋਵੇਗਾ ਜਿਹੜਾ ਤੇਰੀ ਬਰਾਬਰੀ ਕਰ ਲਵੇ, ਜਿਹੜਾ ਪਰਮਾਤਮਾ ਤੇਰੇ ਬਰਾਬਰ ਖੜ ਜਾਵੇ। ਕਿਉਂ? ਕਿਉਂਕਿ ਤੇਰੇ ਜਿਹੀ ਹਸਤੀ, ਤੇਰੇ ਜਿਹੀ ਤਾਕਤ ਸੰਸਾਰ ਦੇ ਵਿੱਚ ਕੋਈ ਦੂਸਰੀ ਨਹੀਂ, ਤੂੰ ਹੀ ਹੈ ਸਾਰਿਆਂ ਤੋਂ ਤਾਕਤਵਰ। ਸੋ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ,
ਭਿਖਾਰੀ ਦੇ ਰੂਪ ਦੇ ਵਿੱਚ ਭਿੱਖਿਆ ਮੰਗਣ ਵਾਲਾ ਕਿਰਦਾਰ ਵੀ ਪ੍ਰਮਾਤਮਾ ਨਿਭਾਉਂਦਾ ਹੈ, ਤੇ ਕਿਤੇ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਮਹਾਦਾਨੀ ਦਾ ਰੂਪ ਧਾਰ ਕੇ ਮੂੰਹ ਮੰਗਿਆ ਇਨਾਮ ਪਿਆ ਦਿੰਦਾ ਹੈ, ਮੂੰਹ ਮੰਗਿਆ ਧਨ ਪਿਆ ਦਿੰਦਾ ਹੈ। ਔਰ ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਬਚਨ ਕਰਦੇ ਨੇ, ਕਹੂੰ ਮਹਾਰਾਜਨ ਕੋ ਦੀਜਤ ਅਨੰਤ ਦਾਨ, ਕਹੂੰ ਮਹਾਰਾਜਨ ਤੇ ਛੀਨ ਛਿੱਤ ਲੇਤ ਹੋ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿ ਕਿਤੇ ਤੇ ਮਹਾਰਾਜਿਆਂ ਨੂੰ ਵੀ ਤੂੰ ਅਨੰਤ ਹੀ ਦਾਨ, ਅਗਣਤ ਭਰੇ ਭੰਡਾਰ ਦਾਨ ਦੇ ਰਿਹਾ, ਉਹਨਾਂ ਦੇ ਰਾਜ ਕਾਇਮ ਕਰ ਰਿਹਾ, ਤੇ ਕਿਤੇ ਕਹੂੰ ਮਹਾਰਾਜਨ ਤੇ ਛੀਨ ਛਿੱਤ ਲੇਤ ਹੋ, ਕਿਤੇ ਇੱਕ ਖਿਣ ਵੀ ਨਹੀਂ ਲਾਉਂਦਾ ਕਿ ਵੱਡੇ ਵੱਡੇ ਮਹਾਰਾਜਿਆਂ ਤੋਂ ਵੀ ਉਹਨਾਂ ਦੇ ਉਹਦੇ ਖੋਹ ਲੈਣਾ, ਵੱਡੇ ਵੱਡੇ ਮਹਾਰਾਜਿਆਂ ਤੋਂ ਵੀ ਉਹਨਾਂ ਦੇ ਰਾਜ ਭਾਗ ਖੋਹ ਲੈਣਾ। ਵੇਖੋ ਸੱਚੀ ਗੱਲ ਹੈ, ਆਪਾਂ ਪਿਆਰ ਵਾਲਿਓ ਜੇ ਪੁਰਾਣੇ ਯੁੱਗਾਂ ਦੇ ਵਿੱਚ ਵੀ ਜਾਈਏ ਕਿ ਜਿਹੜਾ ਹਰਨਾਕਸ ਇਹ ਗੱਲ ਕਰਦਾ ਸੀ ਕਿ ਇਸ ਗੱਲ ਦਾ ਜਾਪ ਕੀਤਾ ਜਾਵੇ, ਜਲੇ ਹਰਨਾਕਸ ਥਲੇ ਹਰਨਾਕਸ ਇਹਾਂ ਹਰਨਾਕਸ ਉਹਾਂ ਹਰਨਾਕਸ, ਕਿ ਹਰ ਜਗ੍ਹਾ ਹਰਨਾਕਸ ਦਾ ਜਾਪ ਹੋਵੇ। ਤੇ ਪਿਆਰ ਵਾਲਿਓ ਪਰਮਾਤਮਾ ਨੇ ਕਿਰਪਾ ਕੀਤੀ, ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਭਗਤਾਂ ਦੀ ਪੈਜ ਰੱਖਣ ਲਈ ਹਮੇਸ਼ਾ ਸੰਸਾਰ 'ਤੇ ਪ੍ਰਗਟ ਹੁੰਦਾ ਰਿਹਾ, ਤੇ ਪਰਮਾਤਮਾ ਨੇ ਉਦੋਂ ਪ੍ਰਹਿਲਾਦ ਦੀ ਲਾਜ ਰੱਖੀ ਕਿ ਪਰਮਾਤਮਾ ਨੇ ਹਰਨਾਕਸ ਦਾ ਵੀ ਖਾਤਮਾ ਕਰ ਦਿੱਤਾ, ਉਹਦਾ ਰਾਜ ਖੋਲ੍ਹਿਆ। ਜਿਹਦੇ ਕੋਲ ਇਹ ਵਰ ਸਨ ਕਿ ਨਾ ਮੈਨੂੰ ਕੋਈ ਬਾਹਰ ਮਾਰੇ, ਨਾ ਕੋਈ ਮੈਨੂੰ ਅੰਦਰ ਮਾਰੇ, ਨਾ ਮੈਨੂੰ ਕੋਈ ਇਨਸਾਨ ਮਾਰੇ, ਨਾ ਕੋਈ ਮੈਨੂੰ ਦੇਵ ਮਾਰੇ, ਨਾ ਕੋਈ ਮੈਨੂੰ ਦਾਨਵ ਮਾਰੇ, ਨਾ ਕੋਈ ਮੈਨੂੰ ਆਕਾਸ਼ ਵਿੱਚ ਮਾਰੇ। ਤੇ ਪਿਆਰ ਵਾਲਿਓ ਪਰਮਾਤਮਾ ਨੇ ਵਿਚਕਾਰ ਦਹਲੀਜ਼ 'ਤੇ ਬੈਠ ਕਰਕੇ ਨਰਸਿੰਘ ਦੇ ਰੂਪ ਦੇ ਵਿੱਚ ਆਪਣੇ ਨਾਖੂਨਾਂ ਦੇ ਨਾਲ ਉਸ ਹਰਨਾਕਸ ਦਾ ਖਾਤਮਾ ਕੀਤਾ, ਜਿੱਥੇ ਵਰ ਵੀ ਦਿੱਤੇ, ਪਰ ਜੇ ਉਹਨੂੰ ਹੰਕਾਰ ਹੋ ਗਿਆ ਤੇ ਉਹਦੇ ਤੋਂ ਵਰ ਖੋਹ ਵੀ ਲਏ। ਸੋ ਇਸੇ ਤਰ੍ਹਾਂ ਜੇ ਆਪਾਂ ਅੱਗੇ ਆ ਕਰਕੇ ਇਤਿਹਾਸ ਨੂੰ ਵਾਚਦੇ ਹਾਂ, ਜੇ ਰਾਵਣ ਨੇ ਪਿਆਰ ਵਾਲਿਓ ਪਰਮਾਤਮਾ ਦਾ ਜਪ ਕੀਤਾ, ਤਪ ਕੀਤਾ, ਉਹਦੇ ਉੱਤੇ ਕਿਰਪਾ ਹੋਈ, ਤੇ ਜੇ ਉਹਨੂੰ ਵੀ ਹੰਕਾਰ ਹੋਇਆ ਤੇ ਪਿਆਰ ਵਾਲਿਓ ਪਰਮਾਤਮਾ ਨੇ ਐਸੇ ਪ੍ਰਬਲ, ਐਸੇ ਆਪਣੇ ਆਪ ਦੇ ਵਿੱਚ ਤਾਕਤਵਰ ਰਾਵਣ ਤੋਂ ਰਾਜ ਭਾਗ ਖੋਹ ਲਿਆ। ਉਸ ਤੋਂ ਬਾਅਦ ਕੰਸ ਦੀ ਗੱਲ ਕਰੀਏ, ਕੰਸ ਤੋਂ ਰਾਜ ਭਾਗ ਹੋਇਆ। ਜੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਦੇ ਇਤਿਹਾਸ ਨੂੰ ਆਪਾਂ ਵਾਚਦੇ ਹਾਂ, ਤੇ ਔਰੰਗਜ਼ੇਬ ਵਰਗਾ ਬਾਦਸ਼ਾਹ ਜਿਹੜਾ ਇਹ ਗੱਲ ਕਰਦਾ ਸੀ ਕਿ ਸੰਸਾਰ ਦੇ ਤਖਤੇ ਦੇ ਉੱਤੇ ਮੈਂ ਕੇਵਲ ਇੱਕੋ ਮਜ਼ਹਬ ਦਾ ਝੰਡਾ ਚਲਾਵਾਂਗਾ, ਇੱਕੋ ਮਜ਼ਹਬ ਦਾ ਧਵਜ ਜਿਹੜਾ ਕਿ ਉਹ ਲਹਿਰਾਵਾਂਗਾ, ਤੇ ਪਿਆਰ ਵਾਲਿਓ ਨੂੰ ਹੰਕਾਰ ਹੋਇਆ, ਤੇ ਕਲਗੀਆਂ ਵਾਲੇ ਪਾਤਸ਼ਾਹ ਨੇ ਕੇਵਲ ਤੇ ਕੇਵਲ ਆਪਣੀ ਕਲਮ ਦੇ ਨਾਲ ਹੀ ਪਿਆਰ ਵਾਲਿਓ ਉਹਦਾ ਖਾਤਮਾ ਕਰ ਦਿੱਤਾ। ਐਸੀ ਕਲਮ ਚਲਾਈ ਕਿ ਉਹਦੀ ਰੂਹ ਤੱਕ ਮਰ ਗਈ। ਕੈਸੀ ਕਿਰਪਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਰਦੇ ਨੇ ਕਿ ਪਰਮਾਤਮਾ ਬਹੁਤ ਤਾਕਤਵਰ ਹੈ, ਜਿੱਥੇ ਮਹਾਰਾਜਿਆਂ ਨੂੰ ਉਹ ਅਨੰਤ ਦਾਨ ਦਿੰਦਾ ਹੈ, ਅਗਣਤ ਭੰਡਾਰ ਭਰਦਾ ਹੈ, ਪਰ ਜੇ ਕਿਸੇ ਨੂੰ ਹੰਕਾਰ ਹੋ ਜਾਵੇ ਤੇ ਇੱਕ ਖਿਣ ਨਹੀਂ ਲਾਉਂਦਾ, ਉਹਦੇ ਤੋਂ ਖੋਹ ਵੀ ਲੈਂਦਾ, ਕਿਉਂਕਿ ਹਰ ਜੀਓ ਹੰਕਾਰ ਨਾ ਭਾਵਈ। ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਉਹਨੂੰ ਹੰਕਾਰ ਚੰਗਾ ਨਹੀਂ ਲੱਗਦਾ, ਤੇ ਹੰਕਾਰ ਕਰਨਾ ਵੀ ਨਹੀਂ ਚਾਹੀਦਾ। ਇੱਕ ਗੁਰਸਿੱਖ ਦੇ ਬੋਲ ਨੇ ਕਿ ਬੰਦਿਆ ਤੇਰੀ ਜ਼ਿੰਦਗੀ ਤੇ 4 ਦਿਨਾਂ ਦਾ ਮੇਲਾ ਏ, ਇੱਥੇ ਰਜਿਸਟਰੀਆਂ ਦੇ ਚੱਕਰ ਦੇ ਵਿੱਚ ਨਾ ਪੈ, ਇਹ ਜ਼ਿੰਦਗੀ ਕਿਰਾਏ ਦੀ ਹੈ, ਕਿਰਾਏ ਦੀ। ਸੱਚੀ ਗੱਲ ਹੈ, ਇਹ ਜੀਵਨ ਕਿਰਾਏ ਦਾ ਹੈ। ਜੇ ਰਹਿਣਾ ਨਾਹੀ ਏਤ ਜਗ ਤਾਂ ਕਾਇਤ ਗਾਰਭ ਹੰਡੀ ਹੈ। ਸਤਿਗੁਰੂ ਕਹਿੰਦੇ ਜਾ ਰਹਿਣਾ ਨਾਹੀ ਐਤ ਜਗ, ਜਦੋਂ ਰਹਿਣਾ ਹੀ ਨਹੀਂ ਇਸ ਸੰਸਾਰ 'ਤੇ ਸਦਾ ਲਈ, ਇਸ ਫਾਨੀ ਸੰਸਾਰ ਤੋਂ ਇੱਕ ਨਾ ਇੱਕ ਦਿਨ ਕੂਚ ਕਰਨਾ ਹੀ ਪੈਣਾ ਹੈ। ਫਿਰ ਬੰਦਿਆ ਹੰਕਾਰ ਕਿਸ ਗੱਲ ਦਾ? ਕਿਉਂਕਿ ਇੱਕ ਦਿਨ ਆਵੇਗਾ, ਇਹ ਸਵਾਸ ਮੁੱਕ ਜਾਣਗੇ, ਇਹ ਜੀਵਨ ਮੁੱਕ ਜਾਵੇਗਾ, ਜਮਾਂ ਦੇ ਦੂਤ ਆ ਕਰਕੇ ਸੰਗਲਾਂ ਨਾਲ ਬਣ ਕੇ ਤੈਨੂੰ ਲੈ ਜਾਣਗੇ, ਫਿਰ ਉੱਥੇ ਹੰਕਾਰ ਕਿਹੜੀ ਗੱਲ ਦਾ? ਪਿਆਰ ਵਾਲੇ, ਮੈਂ ਜਿਵੇਂ ਪਹਿਲਾਂ ਵੀ ਬੇਨਤੀ ਕੀਤੀ, ਘੜੇ ਨੂੰ ਪੁੱਛਿਆ ਸੀ ਕਿ ਘੜਿਆ ਇੰਨਾ ਠੰਡਾ ਕਿਉਂ ਹੈ ਇਤਨੀ ਗਰਮੀ ਦੇ ਵਿੱਚ? ਤੇ ਉਹਨੇ ਕਿਹਾ ਕਿ ਜਿਹਦਾ ਅਤੀਤ ਵੀ ਮਿੱਟੀ ਹੋਵੇ, ਜਿਹਦਾ ਭਵਿੱਖ ਵੀ ਮਿੱਟੀ ਹੋਵੇ, ਉਹਨੂੰ ਹੰਕਾਰ ਕਿਸ ਗੱਲ ਦਾ? ਤੇ ਇਸ ਇਨਸਾਨ ਦਾ ਵੀ ਅਤੀਤ ਤੇ ਇਸ ਇਨਸਾਨ ਦਾ ਭਵਿੱਖ ਕੇਵਲ ਤੇ ਕੇਵਲ ਮਿੱਟੀ ਹੈ, ਹੋਰ ਕੁਝ ਵੀ ਨਹੀਂ। ਇੱਕ ਮਹਾਂਪੁਰਖ ਦੇ ਬੋਲ ਸਨ ਕਿ ਹੰਕਾਰ ਨਹੀਂ ਕਰਨਾ ਚਾਹੀਦਾ, ਭਾਵੇਂ ਜਿੰਨਾ ਮਰਜ਼ੀ ਧਨ ਦੌਲਤ ਹੋਵੇ। ਕਿਉਂਕਿ ਜਿਨਕੇ ਮਹਿਲੋਂ ਮੇਂ ਹਜ਼ਾरों रंग फनूस थे, झार उनकी कबर पे है निशां कुछ नहीं। ਕਹਿੰਦੇ ਜਿਨ੍ਹਾਂ ਦੇ ਮਹਿਲਾਂ ਦੇ ਵਿੱਚ ਹਜ਼ਾਰਾਂ ਰੰਗ ਲੱਗੇ ਸਨ, 4 ਚੰਨ ਲੱਗੇ ਸਨ, ਅੱਜ ਉਹਨਾਂ ਦੀਆਂ ਕਬਰਾਂ 'ਤੇ ਜਾ ਕੇ ਝਾੜ ਉੱਗਿਆ ਤੇ ਬਾਤ ਕੋਈ ਵੀ ਨਹੀਂ ਪੁੱਛਦਾ। ਔਰੰਗਜ਼ੇਬ ਵਰਗੇ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਕਤਲ ਕਰਨ ਦਾ ਹੁਕਮ ਜਾਰੀ ਕੀਤਾ,
ਅੱਜ ਉਹਦੀ ਕਬਰ ਔਰੰਗਾਬਾਦ ਦੇ ਵਿੱਚ ਝਾੜ ਉੱਗਿਆ ਪਿਆ ਹੈ। ਪਰ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਸ਼ਹੀਦੀ ਅਸਥਾਨ ਤੇ ਅੱਜ ਵੀ ਕੁੱਲ ਲੁਕਾਈ ਦੇ ਸਾਰੀ ਕੁੱਲ ਕਾਇਨਾਤ ਦੇ ਲੋਕ ਆਉਂਦੇ ਨੇ, ਅਰਦਾਸਾਂ ਕਰਦੇ ਨੇ ਤੇ ਆਪਣੀਆਂ ਝੋਲੀਆਂ ਭਰਾਉਂਦੇ ਨੇ। ਇਹ ਗੁਰੂ ਕੀ ਕਿਰਪਾ ਹੈ, ਇਹ ਗੁਰੂ ਕੀ ਬਖਸ਼ਿਸ਼ ਹੈ, ਗੁਰੂ ਕੀ ਰਹਿਮਤ ਹੈ। ਸੋ ਮਹਾਰਾਜ ਕਹਿੰਦੇ ਕਿਤੇ ਮਹਾਰਾਜਿਆਂ ਨੂੰ ਅਨੰਤ ਦਾਨ ਦੇ ਰਿਹਾ ਹੈ ਤੇ ਕਿਤੇ ਇੱਕ ਖਿਣ ਦੇ ਵਿੱਚ ਮਹਾਰਾਜਿਆਂ ਕੋਲੋਂ ਉਹਨਾਂ ਦਾ ਰਾਜ ਭਾਗ ਖੋਹ ਵੀ ਰਿਹਾ ਹੈ।